TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਆਧਾਰ ਬਣਾ ਕੇ ਚਰਚਾ ਕਰਨੀ ਹੈ, ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਅਮਰੀਕੀ ਭਾਰਤੀ ਪਟੇਲ ਵਾਈਟ ਹਾਊਸ ਦੇ ਸਹਾਇਕ ਪ੍ਰੈਸ ਸਕੱਤਰ ਵਜੋਂ ਨਾਮਜ਼ਦ। ਤੁਰਕੀ ਦੇ ਇੱਕ ਹਸਪਤਾਲ ਵਿੱਚ ਧਮਾਕਾ, 9 ਮੌਤਾਂ। ਮੋਦੀ ਦੀ ਮਾਂ ਨੂੰ ਚਿੱਠੀ ਲਿਖ ਕੇ ਕੀਤੀ ਗਈ ਇੱਕ ਖਾਸ ਅਪੀਲ। ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ। ਅਗਲੀ ਰਣਨੀਤੀ 2-3 ਦਿਨਾਂ ਵਿੱਚ ਉਲੀਕੀ ਜਾਵੇਗੀ, ਕਿਸਾਨ ਆਗੂਆਂ ਦਾ ਕਹਿਣਾ। ਹਰਿਆਣਾ 'ਚ ਭਾਜਪਾ ਵਰਕਰਾਂ ਨੇ SYL ਮੁੱਦੇ ਨੂੰ ਆਧਾਰ ਬਣਾ ਕੇ ਰੱਖਿਆ ਇੱਕ ਦਿਨ ਦਾ ਵਰਤ। ਟਰਾਲੀ ਟਾਈਮਜ਼ ਨੂੰ ਲੈ ਕੇ ਵਿਵਾਦ ਹੋਇਆ ਸ਼ੁਰੂ। ਡਾਕਟਰ ਸੁਖਪ੍ਰੀਤ ਉਦੋਕੀ ਨੇ ਕੀਤਾ ਆਪਣੇ ਆਪ ਨੂੰ ਇਹਦੇ ਨਾਲੋਂ ਵੱਖ। ਕਿਸਾਨੀ ਘੋਲ ਵਿੱਚ ਬਾਪ ਤੋਂ ਬਾਅਦ ਧੀ ਨੇ ਸੰਭਾਲੀ ਖੇਤੀਬਾੜੀ ਦੀ ਜ਼ਿੰਮੇਵਾਰੀ। ਦੋਸਤੋ, ਆਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੌਰਾਨ ਖੁੱਲ੍ਹ ਕੇ ਚਰਚਾ ਕਰਾਂਗੇ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਤਫਸੀਲ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ। ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਪ੍ਰੋਗਰਾਮ ਦੇਖਣ ਤੋਂ ਬਾਅਦ ਚੰਗਾ ਲੱਗਿਆ ਫਿਰ ਇਹਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ, ਅਤੇ ਜੇਕਰ ਤੁਸੀਂ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰ ਲਿਓ ਜਦੋਂ ਕੋਈ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਤਾਂ ਕਿ ਤੁਹਾਡੇ ਤੱਕ ਉਸ ਦੀ ਨੋਟੀਫਿਕੇਸ਼ਨ ਪੁੱਜ ਸਕੇ। ਇਹਦੇ ਨਾਲ ਹੀ ਸਭ ਤੋਂ ਪਹਿਲਾਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੁੰਦਿਆਂ ਅਸੀਂ ਸਮੁੱਚੀ ਟੀਮ ਦੇ ਵੱਲੋਂ ਆਪਣਾ ਸ਼ਰਧਾ ਅਤੇ ਸਤਿਕਾਰ ਭੇਂਟ ਕਰਦੇ ਹਾਂ। ਮਨੁੱਖੀ ਹੱਕਾਂ ਦੀ ਰਾਖੀ ਦੇ ਵਾਸਤੇ ਮਨੁੱਖੀ ਹੱਕਾਂ ਦੇ ਰਖਵਾਲੇ ਬਣ ਕੇ ਸੀਸ ਦੇ ਦਿੱਤਾ, ਪਰ ਸਿਰੜ ਨਹੀਂ ਛੱਡਿਆ। ਮਨੁੱਖੀ ਹੱਕਾਂ ਦੀ ਰਾਖੀ ਕਈ ਸਦੀਆਂ ਪਹਿਲਾਂ ਉਹ ਕਰਨ ਵਾਸਤੇ, ਨਾ ਆਪਣੇ ਵਾਸਤੇ ਨਾ ਆਪਣੇ ਧਰਮ ਦੇ ਵਾਸਤੇ, ਮਨੁੱਖਤਾ ਦੇ ਵਾਸਤੇ ਸ਼ਹਾਦਤ ਦਿੰਦੇ ਨੇ। ਤੇ ਅੱਜ ਇੱਕ ਵਾਰੀ ਫਿਰ ਮਨੁੱਖੀ ਹੱਕਾਂ ਦੀ ਉਲੰਘਣਾ ਹੋ ਰਹੀ ਹੈ, ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਤੇ ਜਦੋਂ ਹੱਕਾਂ ਤੇ ਡਾਕਾ ਪੈਂਦਾ ਤੇ ਲੋਕਾਂ ਨੂੰ ਫਿਰ ਸੜਕਾਂ ਤੇ ਉਤਰਨਾ ਪੈਂਦਾ ਹੈ। ਕਿਸਾਨੀ ਘੋਲ ਦੀਆਂ ਗੱਲਾਂ ਵੀ ਕਰਾਂਗੇ, ਪਰ ਇਹਦੇ ਨਾਲ ਨਾਲ ਦੀਨ ਦੁਨੀਆ ਵਿੱਚ ਕੀ ਕੁਝ ਹੋਇਆ, ਆਓ ਖਬਰਾਂ ਦੇ ਰੂਪ ਵਿੱਚ ਤੁਹਾਡੇ ਨਾਲ ਉਹ ਵੀ ਸਭ ਸਾਂਝਾ ਕਰੀਏ। ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਨਵੇਂ ਰਾਸ਼ਟਰਪਤੀ ਚੁਣੇ ਜਾ ਚੁੱਕੇ ਨੇ, ਤੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਹਾਲੇ ਵਾਈਟ ਹਾਊਸ ਦੇ ਵਿੱਚ ਪਹੁੰਚਣਾ ਤੇ ਸਹੁੰ ਚੁੱਕਣੀ ਹੈ। ਪਰ ਉਹਨਾਂ ਨੇ ਵਾਈਟ ਹਾਊਸ ਦੇ ਕਮਿਊਨੀਕੇਸ਼ਨ ਅਤੇ ਪ੍ਰੈਸ ਸਟਾਫ ਦੇ ਐਡੀਸ਼ਨਲ ਮੈਂਬਰਾਂ ਦੇ ਨਾਵਾਂ ਦਾ ਅੱਜ ਐਲਾਨ ਕੀਤਾ ਹੈ, ਤੇ ਇਹਨਾਂ ਦੇ ਵਿੱਚ ਭਾਰਤੀ ਅਮਰੀਕੀ ਵੇਦਾਂਤ ਪਟੇਲ ਨੂੰ ਸਹਾਇਕ ਪ੍ਰੈਸ ਸਕੱਤਰ ਵਜੋਂ ਨਾਮਜ਼ਦ ਕਰ ਦਿੱਤਾ ਹੈ। ਪਟੇਲ ਫਿਲਹਾਲ ਬਾਈਡਨ ਦੀ ਉਦਘਾਟਨ ਕਮੇਟੀ ਦੇ ਸੀਨੀਅਰ ਬੁਲਾਰੇ ਨੇ। ਬਾਈਡਨ ਦੀ ਇਸ ਸੰਬੰਧੀ ਇੱਕ ਮੁਹਿੰਮ ਦਾ ਉਹ ਹਿੱਸਾ ਰਹੇ ਨੇ, ਤੇ ਉਕਤ ਮੁਹਿੰਮ ਵਿੱਚ ਉਹਨਾਂ ਖੇਤਰੀ ਡਾਇਲਾਗ ਨਿਰਦੇਸ਼ਕ ਦੇ ਵਜੋਂ ਆਪਣੀਆਂ ਸੇਵਾਵਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਉਹ ਭਾਰਤੀ ਅਮਰੀਕੀ ਕਾਂਗਰਸ ਦੀ ਮੈਂਬਰ ਪ੍ਰੋਮਿਲਾ ਜੈਪਾਲ ਦੇ ਡਾਇਲਾਗ ਨਿਰਦੇਸ਼ਕ ਵਜੋਂ ਵੀ ਕੰਮ ਕਰ ਚੁੱਕੇ ਹੈ। ਪਟੇਲ ਦਾ ਜਨਮ ਭਾਰਤ ਦੇ ਗੁਜਰਾਤ ਸੂਬੇ ਵਿੱਚ ਹੋਇਆ ਸੀ, ਤੇ ਉਹਨਾਂ ਦਾ ਫਿਰ ਪਾਲਣ ਪੋਸ਼ਣ ਉਹ ਕੈਲੀਫੋਰਨੀਆ ਸੂਬੇ ਵਿੱਚ ਹੋਇਆ। ਤੇ ਪਟੇਲ ਯੂਨੀਵਰਸਿਟੀ ਆਫ ਰਿਵਰਸਾਈਡ ਅਤੇ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਗ੍ਰੈਜੂਏਟ ਨੇ, ਅਤੇ ਉਹਨਾਂ ਦੀ ਨਾਮਜ਼ਦਗੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਇਹਦੇ ਵਾਸਤੇ ਉਹਨਾਂ ਨੂੰ ਮੁਬਾਰਕਬਾਦ ਦੇਣੀ ਬਣਦੀ ਹੈ। ਅਗਲੀ ਮੰਦਭਾਗੀ ਦੀ ਖਬਰ ਤੁਰਕੀ ਵਾਲੇ ਪਾਸਿਓਂ ਮਿਲੀ ਹੈ। ਅਸਲ ਦੇ ਵਿੱਚ ਤੁਰਕੀ ਦੇ ਦੱਖਣੀ ਇਲਾਕੇ ਦੇ ਵਿੱਚ ਇੱਕ ਹਸਪਤਾਲ ਦੇ ICU ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਇੱਕ ਆਕਸੀਜਨ ਦਾ ਸਿਲੰਡਰ ਫਟਣ ਦੀ ਖਬਰ ਹੈ। ਸਿਲੰਡਰ ਫਟਣ ਤੋਂ ਬਾਅਦ ਜਾਣਕਾਰੀ ਮਿਲ ਰਹੀ ਹੈ ਕਿ ਉੱਥੇ ਅੱਗ ਲੱਗ ਗਈ, ਤੇ ਜਿਸ ਕਾਰਨ 9 ਮਰੀਜ਼ਾਂ ਦੀ ਮੌਤ ਹੋ ਗਈ। ਇਸ ਯੂਨਿਟ ਦੇ ਵਿੱਚ COVID-19 ਦੇ ਮਰੀਜ਼ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਇਹ ਜਾਣਕਾਰੀ ਖੁਦ ਉੱਥੋਂ ਦੇ ਸਿਹਤ ਮੰਤਰੀ ਨੇ ਦਿੱਤੀ ਹੈ, ਅਤੇ ਉੱਥੋਂ ਦੀ ਸਰਕਾਰੀ ਖਬਰ ਏਜੰਸੀ ਹੈ ਅਨਾਦੋਲ, ਉਹਨਾਂ ਨੇ ਵੀ ਲਿਖਿਆ ਕਿ ਇਸਤਾਂਬੁਲ ਤੋਂ ਦੱਖਣੀ ਪੂਰਬ ਦੇ ਵਿੱਚ ਲਗਭਗ 850 ਕਿਲੋਮੀਟਰ ਦੂਰ ਸਾਂਕੋ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਅੱਗ ਲੱਗੀ। ਤੇ ਹਸਪਤਾਲ ਨੇ ਵੀ ਇੱਕ ਬਿਆਨ ਦਿੱਤਾ, ਤੇ ਹਸਪਤਾਲ ਦੇ ਬਿਆਨ ਮੁਤਾਬਕ ਜਿਹੜੇ ਪੀੜਤ ਸੀ ਉਹਨਾਂ ਦੀ ਉਮਰ 56 ਤੋਂ 85 ਵਰ੍ਹਿਆਂ ਦੇ ਦਰਮਿਆਨ ਸੀ। ਅੱਗ ਤੇ ਭਾਵੇਂ ਬਾਅਦ ਦੇ ਵਿੱਚ ਕਾਬੂ ਪਾ ਲਿਆ ਗਿਆ, ਪਰ ਉਹਨਾਂ ਬਿਆਨ ਦੇ ਵਿੱਚ ਲਿਖਿਆ ਕਿ ਇੰਟੈਂਸਿਵ ਕੇਅਰ ਯੂਨਿਟ ਦੇ 14 ਹੋਰ ਮਰੀਜ਼ਾਂ ਨੂੰ ਹੋਰਨਾਂ ਹਸਪਤਾਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਘਟਨਾ ਦੀ ਜਾਂਚ ਜਾਰੀ ਹੈ ਕਿ ਇਹ ਅੱਗ ਲੱਗੀ ਸੱਚੀ ਮੁੱਚੀ ਇਸੇ ਤਰੀਕੇ ਨਾਲ ਹੈ ਕਿ ਹਸਪਤਾਲ ਦੇ ਵਿੱਚ ਆਕਸੀਜਨ ਦਾ ਸਿਲੰਡਰ ਹੀ ਫਟਿਆ। ਉੱਥੋਂ ਦੇ ਸਿਹਤ ਮੰਤਰੀ ਨੇ ਵੀ ਇਸ ਖਬਰ ਦੀ ਜਾਣਕਾਰੀ ਇੱਕ ਟਵੀਟ ਕਰਕੇ ਦਿੱਤੀ, ਅਤੇ ਨਾਲ ਲਿਖਿਆ ਕਿ ਹਾਦਸੇ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ।
ਅਤੇ ਗਵਰਨਰ ਦੇ ਦਫ਼ਤਰ ਨੇ ਵੀ ਲਿਖਿਆ ਹੈ ਕਿ ਯੂਨਿਟ ਦੇ ਵਿੱਚ ਸਵੇਰੇ 4:45 ਤੇ ਆਕਸੀਜਨ ਉਪਕਰਨ ਵਿੱਚ ਧਮਾਕਾ ਹੋਇਆ ਅਤੇ ਉਸ ਸਮੇਂ 19 ਮਰੀਜ਼ ਉਸ ICU ਸੈਂਟਰ ਦੇ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਵਿੱਚੋਂ 9 ਦੀ ਮੌਤ ਹੋ ਗਈ ਹੈ। ਅਸੀਂ ਮ੍ਰਿਤਕਾਂ ਦੀ ਮੌਤ ਦੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਤੇ ਆਓ ਅੱਜ ਤੱਕ ਅਪੀਲਾਂ ਬੜੀਆਂ ਕਰ ਲਈਆਂ, ਪਰ ਆਹ ਅਪੀਲ ਜਿਹਦਾ ਮੈਂ ਜ਼ਿਕਰ ਕਰਨ ਜਾ ਰਿਹਾ ਆਪਣੇ ਆਪ ਦੇ ਵਿੱਚ ਵੱਖਰੀ ਤੇ ਵਿਲੱਖਣ ਅਪੀਲ ਹੈ। ਹੁਣ ਤੱਕ ਕੋਈ ਕੇਂਦਰੀ ਮੰਤਰੀ ਨੂੰ ਅਪੀਲ ਕਰਦਾ ਰਿਹਾ, ਕੋਈ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਰਿਹਾ, ਕੋਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਰਿਹਾ, ਪਰ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੂੰ ਇੱਕ ਚਿੱਠੀ ਲਿਖ ਕੇ ਵੱਖਰੀ ਕਿਸਮ ਦੀ ਅਪੀਲ ਕੀਤੀ ਗਈ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੀ ਗੂੰਜ ਦੁਨੀਆ ਭਰ 'ਚ ਪੈ ਰਹੀ ਹੈ। ਹੁਣ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਹਾਲੇ ਵੀ ਡਟੇ ਹੋਏ ਨੇ ਤੇ 24 ਦਿਨ ਹੋ ਚੁੱਕੇ ਹੈ ਤੇ ਆਪਣੇ ਹੱਕਾਂ ਦੀ ਲੜਾਈ ਵਾਸਤੇ ਸੰਘਰਸ਼ ਲਗਾਤਾਰ ਜਾਰੀ ਹੈ। ਵਿਦੇਸ਼ਾਂ ਦੇ ਵਿੱਚ ਵਸੇ ਖਾਸ ਕਰਕੇ ਜਿਹੜੇ ਪ੍ਰਵਾਸੀ ਭਾਰਤੀ ਨੇ, ਉਹਨਾਂ 'ਚ ਜਿਹੜੇ ਪੰਜਾਬੀ ਵੀ ਨੇ, ਸਾਰੇ ਭਾਈਚਾਰੇ ਇਕੱਠੇ ਹੋ ਕੇ ਕਿਸਾਨ ਭਰਾਵਾਂ ਦੇ ਨਾਲ ਇਸ ਮੁਹਿੰਮ ਦੇ ਵਿੱਚ ਹਿੱਸੇਦਾਰ ਬਣ ਰਹੇ ਨੇ। ਇਸੇ ਦਰਮਿਆਨ ਬਰਤਾਨੀਆ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਰਤਾਨੀਆ ਦੇ ਬਰੈਡਫੋਰਡ ਸ਼ਹਿਰ ਦੀ ਸਿੱਖ ਐਸੋਸੀਏਸ਼ਨ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਦੀ ਮਾਂ ਹੀਰਾ ਨੂੰ ਚਿੱਠੀ ਲਿਖੀ ਹੈ ਤੇ ਇਹ ਚਿੱਠੀ 14 ਦਸੰਬਰ ਨੂੰ ਬਰਤਾਨਵੀ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਆਫ ਸਿੱਖ, ਜਿਸ ਨੂੰ BECAS ਕਿਹਾ ਜਾਂਦਾ ਹੈ, ਉਹਨਾਂ ਨੇ ਇਹ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਲਿਖਿਆ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕੁਝ ਲੋਕ ਪੰਜਾਬ ਦੀਆਂ ਮਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਜਿਹਾ ਨਹੀਂ ਹੋਣਾ ਚਾਹੀਦਾ। ਤੁਹਾਨੂੰ ਆਪਣੇ ਪੁੱਤਰ ਦੇ ਨਾਲ ਇਸ ਬਾਰੇ ਤੁਰੰਤ ਗੱਲ ਕਰਨੀ ਚਾਹੀਦੀ ਹੈ। ਬਰਤਾਨੀਆ ਦੇ ਸਿੱਖਾਂ ਵੱਲੋਂ ਲਿਖੀ ਚਿੱਠੀ ਇਹ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ BECAS ਦੇ ਪ੍ਰਧਾਨ ਤਰਲੋਚਨ ਸਿੰਘ ਦੁੱਗਲ ਨੇ ਕਿਹਾ ਕਿ ਕੁਝ ਬੀਬੀਆਂ ਭਾਜਪਾ ਦੇ ਸਮਰਥਨ ਵਿੱਚ ਪੰਜਾਬ ਦੀਆਂ ਮਾਵਾਂ ਬਾਰੇ ਗਲਤ ਪ੍ਰਚਾਰ ਕਰ ਰਹੀਆਂ ਨੇ ਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੀ ਇਹਨਾਂ ਬਾਰੇ ਗਲਤ ਸ਼ਬਦਾਂ ਦਾ ਇਸਤੇਮਾਲ ਕਰ ਰਹੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਹੁਣ ਚਿੱਠੀ ਦੇ ਵਿੱਚ ਦਰਅਸਲ ਕੀ ਲਿਖਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਚਿੱਠੀ 'ਚ ਲਿਖਿਆ ਹੈ ਕਿ ਬੜੇ ਦੁੱਖ ਨਾਲ ਅਸੀਂ ਤੁਹਾਨੂੰ ਤੁਹਾਡੇ ਪੁੱਤਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਦੀ ਅਪੀਲ ਕਰਦੇ ਹਾਂ। ਸਾਰੀਆਂ ਮਾਵਾਂ ਨੂੰ ਉਸੇ ਤਰ੍ਹਾਂ ਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਮੋਦੀ ਜੀ ਤੁਹਾਨੂੰ ਸਨਮਾਨ ਦਿੰਦੇ ਨੇ। ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਲੋਕਤੰਤਰ ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ। ਲੋਕ ਆਪਣਾ ਨੇਤਾ ਚੁਣਦੇ ਨੇ। ਇਹਨਾਂ ਹਾਲਾਤਾਂ ਵਿੱਚ ਲੋਕਾਂ ਨੂੰ ਸੁਣਨਾ ਨੇਤਾ ਦਾ ਫਰਜ਼ ਬਣਦਾ ਹੈ, ਚਾਹੇ ਮਾਂ ਪੰਜਾਬ ਦੀ ਹੋਵੇ, ਚਾਹੇ ਕਿਸੇ ਹੋਰ ਸੂਬੇ ਦੀ ਹੋਵੇ। ਸੋ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਆਪਣੀ ਅਪੀਲ ਕੀਤੀ ਹੈ ਤੇ ਕੰਗਣਾ ਰਣੌਤ ਬਾਰੇ ਵੀ ਉਹਨਾਂ ਨੇ ਚਿੱਠੀ ਲਿਖਣ ਦੇ ਵਿੱਚ ਲਿਖਿਆ ਕਿ ਦੁੱਗਲ ਨੇ ਦੱਸਿਆ ਕਿ ਅਸੀਂ ਦੇਖਿਆ ਤੇ ਸੁਣਿਆ ਕਿ ਕੰਗਣਾ ਰਣੌਤ ਸਮੇਤ ਕੁਝ ਬੀਬੀਆਂ ਜੋ ਭਾਜਪਾ ਦਾ ਸਮਰਥਨ ਕਰਦੀਆਂ ਨੇ, ਮਾਵਾਂ ਬਾਰੇ ਗਲਤ ਭਾਸ਼ਾ ਦਾ ਇਸਤੇਮਾਲ ਕਰਦੀਆਂ ਨੇ। ਇਸ ਬਾਰੇ ਸਾਡੇ ਵੱਲੋਂ ਇੱਕ ਭਾਵਕ ਅਪੀਲ ਹੈ ਕਿ ਕੰਗਣਾ ਰਣੌਤ ਵੀ ਭਾਰਤੀ ਹੈ ਅਤੇ ਭਾਰਤ ਦੀ ਹਰ ਕੁੜੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਜੇਕਰ ਉਹਨਾਂ ਨੇ ਗਲਤੀ ਕੀਤੀ ਹੈ ਤਾਂ ਇੱਕ ਬਜ਼ੁਰਗ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨੂੰ ਉਹਨਾਂ ਨੂੰ ਰੋਕਣਾ ਚਾਹੀਦਾ ਸੀ। ਦੱਸ ਦਈਏ ਕਿ ਆਪਣੀ ਇੱਕ ਪੋਸਟ ਦੇ ਵਿੱਚ ਕਿ ਕੰਗਣਾ ਨੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਇੱਕ ਬਜ਼ੁਰਗ ਬੀਬੀ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਦੇ ਹੋਏ ਕਿਹਾ ਸੀ ਕਿ ਉਹ 100 ਰੁਪਏ ਦੇ ਵਿੱਚ ਪ੍ਰਦਰਸ਼ਨ ਲਈ ਆ ਜਾਂਦੀ ਹੈ। ਤੇ ਹੁਣ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹੀਰਾ ਬਾਦਾ ਭਾਵ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੁਹਾਡੇ ਕੋਲ ਪਤਾ ਹੈ, ਉਹ ਕਹਿੰਦੇ ਸਾਡੇ ਕੋਲ ਉਹਨਾਂ ਦਾ ਪਤਾ ਤਾਂ ਹੈ ਨਹੀਂ, ਪਰ ਉਮੀਦ ਹੈ ਕਿ ਚਿੱਠੀ ਉਹਨਾਂ ਕੋਲ ਜ਼ਰੂਰ ਪਹੁੰਚ ਜਾਏਗੀ ਤੇ ਅਸੀਂ ਇਸ ਬਾਰੇ ਪ੍ਰਧਾਨ ਮੰਤਰੀ ਜਾਂ ਕਿਸੇ ਸਰਕਾਰੀ ਏਜੰਸੀ ਨਾਲ ਸੰਪਰਕ ਕੋਈ ਨਹੀਂ ਕੀਤਾ। ਪਰ ਹੁਣ ਜੇ ਚਿੱਠੀ ਸਾਡੇ ਤੱਕ ਪਹੁੰਚ ਗਈ, ਚਿੱਠੀ ਤੁਹਾਡੇ ਤੱਕ ਪਹੁੰਚ ਗਈ, ਸੂਤਰਾਂ ਨੇ ਚਿੱਠੀ ਪ੍ਰਧਾਨ ਮੰਤਰੀ ਤੱਕ ਵੀ ਪੁੱਜਦੀ ਕਰ ਦੇਣੀ ਹੈ ਤੇ ਹੋ ਸਕਦਾ ਹੈ ਉਹਨਾਂ ਦੀ ਮਾਂ ਤੱਕ ਵੀ ਇਹ ਅਪੀਲ ਪਹੁੰਚ ਜਾਵੇ। ਪਰ ਇਸ ਅਪੀਲ ਦਾ ਅਸਰ ਕਿੰਨਾ ਹੁੰਦਾ ਹੈ ਇਹ ਕੁਝ ਨਹੀਂ ਆਖਿਆ ਜਾ ਸਕਦਾ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ 24 ਦਿਨਾਂ ਤੋਂ ਤਾਂ ਦਿੱਲੀ ਦੇ ਆਲੇ ਦੁਆਲੇ ਬੈਠੇ ਹੈ। ਜੂਨ ਮਹੀਨੇ ਤੋਂ ਪੰਜਾਬ ਦੇ ਵਿੱਚ ਬੈਠੇ ਸੀ। ਹਾਲੇ ਤੱਕ ਉਹਨਾਂ ਦੀਆਂ ਅਪੀਲਾਂ ਦਾ, ਉਹਨਾਂ ਦੀਆਂ ਦਲੀਲਾਂ ਦਾ ਕੋਈ ਅਸਰ ਨਹੀਂ ਹੋਇਆ, ਸਗੋਂ ਉਲਟਾ ਅਸਰ ਇਹ ਹੋਇਆ ਕਿ ਉਹ ਇਹ ਦੱਸਣਾ ਸ਼ੁਰੂ ਕਰ ਚੁੱਕੇ ਨੇ ਕਿ ਕਾਨੂੰਨ ਵਧੀਆ ਨੇ। ਹੁਣ ਤਾਂ ਪੰਜਾਬ ਦੇ ਪ੍ਰਮੁੱਖ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਪਣੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਗਲਤ ਨੇ, ਕਿਸਾਨ ਆਗੂ ਗਲਤ ਨੇ, ਸਰਕਾਰ ਠੀਕ ਹੈ ਅਤੇ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਵੀ ਠੀਕ ਨੇ। ਹੁਣ ਅਗਲੀ ਖਬਰ ਹੈ ਜਿਹੜੀ
ਹਰਿਆਣਾ ਦੇ ਮੁੱਖ ਮੰਤਰੀ ਦੀ ਹੈ ਤੇ ਖੇਤੀਬਾੜੀ ਮੰਤਰੀ ਦੇ ਨਾਲ ਉਹ ਮੁਲਾਕਾਤ ਕਰਕੇ ਆਏ ਹੈ। ਹੁਣ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਇਹ ਕਾਨੂੰਨ ਚੰਗੇ ਨੇ ਤੇ ਇਸੇ ਹੀ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇਤਾਵਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਉੱਤੇ ਕਹਿੰਦੇ ਚਰਚਾ ਕੀਤੀ ਹੈ। ਖੇਤੀਬਾੜੀ ਮੰਤਰੀ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ 1-2 ਦਿਨਾਂ ਦੇ ਵਿੱਚ ਇਸ ਮਾਮਲੇ ਦਾ ਹੱਲ ਨਿਕਲ ਆਏਗਾ। ਹੁਣ ਇਹ ਨਹੀਂ ਪਤਾ ਵੀ ਕਿਵੇਂ ਉਹ ਮਹਿਸੂਸ ਕਰਨ ਲੱਗ ਪਏ ਕਿ ਹੱਲ ਨਿਕਲ ਆਏਗਾ। ਹਾਲਾਂਕਿ ਕੱਦ ਤੋਮਰ ਹੋਰਾਂ ਦੀ ਗੱਲਬਾਤ ਇਹ ਸੀ ਕਿ ਇਸ ਸਾਲ ਦੇ ਭਾਵ ਦਸੰਬਰ ਮਹੀਨੇ ਦੇ ਆਖਰੀ ਦਿਨਾਂ ਤੱਕ ਹੱਲ ਨਿਕਲ ਆਏਗਾ। ਉਹਨਾਂ ਨੇ ਤਾਂ 14-15 ਦਿਨ ਦੀ ਮੋਹਲਤ ਲਈ ਸੀ, ਪਰ ਇਹ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਸੁੰਘ ਕੇ ਆਏ ਆ ਜਾਂ ਸੰਘਾ ਕੇ ਆਏ ਆ। ਕਹਿੰਦੇ 1-2 ਦਿਨਾਂ 'ਚ ਹੱਲ ਨਿਕਲ ਆਏਗਾ। ਚਲੋ ਚੰਗੀ ਗੱਲ ਹੈ, ਜੇ ਖੱਟੜ ਹੋਰੀ ਜਿਹੜੀ ਗੱਲ ਕਹਿ ਰਹੇ ਨੇ 1-2 ਦਿਨਾਂ 'ਚ ਹੱਲ ਨਿਕਲਿਆ ਵੀ ਇਹ ਤੋਂ ਵਧੀਆ ਗੱਲ ਹੋਰ ਕੀ ਚਾਹੀਦਾ। ਕਿਸਾਨ ਵੀ ਹੱਲ ਚਾਹੁੰਦੇ ਨੇ, ਸਾਰਾ ਭਾਈਚਾਰਾ ਵੀ ਹੱਲ ਚਾਹੁੰਦਾ। ਹੁਣ ਖੱਟੜ ਕਹਿੰਦੇ ਮੇਰਾ ਮੰਨਣਾ ਹੈ ਕਿ ਅਗਲੇ 2-3 ਦਿਨਾਂ ਦੇ ਵਿੱਚ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਗੱਲ ਹੋ ਸਕਦੀ ਹੈ। ਕਿਸਾਨਾਂ ਦੇ ਵਿਰੋਧ ਦਾ ਹੱਲ ਗੱਲਬਾਤ ਦੇ ਜ਼ਰੀਏ ਨਿਕਲਣਾ ਹੈ। ਖੱਟੜ ਕਹਿੰਦੇ ਕਿ ਇਸ ਮੁੱਦੇ ਤੇ ਛੇਤੀ ਹੱਲ ਹੋਣਾ ਵੀ ਚਾਹੀਦਾ ਹੈ। ਹੁਣ ਤੁਹਾਨੂੰ ਇੱਥੇ ਇਹ ਗੱਲ ਮੈਂ ਉਚੇਚੇ ਤੌਰ ਤੇ ਦੱਸਣੀ ਚਾਹੁੰਦਾ ਕਿ ਇਹਨਾਂ ਕਾਨੂੰਨਾਂ ਨੂੰ ਲੈ ਕੇ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਲਗਾਤਾਰ ਡੈਡਲੌਕ ਜਾਰੀ ਹੈ। ਗੱਲਬਾਤ ਟੁੱਟ ਚੁੱਕੀ ਹੈ। ਕੇਂਦਰ ਸਰਕਾਰ ਸਿਰਫ ਸੋਧਾ ਕਰਨ ਨੂੰ ਤਿਆਰ ਹੈ। ਕਿਸਾਨ ਲਗਾਤਾਰ ਕਹਿੰਦੇ ਨੇ ਕਿ ਸਾਨੂੰ ਕਾਨੂੰਨ ਰੱਦ ਚਾਹੀਦੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਕੋਈ ਸਿੰਘੂ ਬਾਰਡਰ ਤੇ, ਕੋਈ ਟਿੱਕਰੀ ਬਾਰਡਰ ਤੇ, ਕੋਈ ਚਿੱਲਾ ਬਾਰਡਰ ਤੇ ਬੈਠਾ ਹੈ। ਦੂਸਰੇ ਪਾਸੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਿਹਾ ਸੀ ਕਿ ਅਸੀਂ ਤਾਂ ਕਿਸਾਨਾਂ ਨਾਲ 24 ਘੰਟੇ ਗੱਲਬਾਤ ਕਰਨ ਵਾਸਤੇ ਤਿਆਰ ਹਾਂ। ਕਿਸਾਨ ਆਗੂਆਂ ਨਾਲ ਜੋ ਗੱਲਬਾਤ ਕੀਤੀ ਉਹ ਕਹਿੰਦੇ ਸਤਾਬ ਚਾਹੁੰਦੇ ਆ ਕਿ ਭਾਈ ਉਹ ਬੰਦਾ ਆ ਕੇ ਸਾਡੇ ਨਾਲ ਗੱਲਬਾਤ ਕਰੇ ਜਿਹੜਾ ਫੈਸਲਾ ਲੈ ਸਕਦਾ ਹੋਵੇ। ਪ੍ਰਧਾਨ ਮੰਤਰੀ ਫੈਸਲਾ ਲੈ ਸਕਦੇ, ਕਹਿੰਦੇ ਜੋ 24 ਘੰਟੇ ਗੱਲਬਾਤ ਵਾਸਤੇ ਤਿਆਰ ਹੈ, ਅਸੀਂ ਤਾਂ ਖੁਦ ਤਿਆਰ ਹਾਂ। ਫਿਰ ਸਮੱਸਿਆ ਕਿੱਥੇ ਹੈ? ਹੁਣ ਕਿਸਾਨ ਕਹਿੰਦੇ ਨੇ ਕਿ ਕਾਨੂੰਨ ਰੱਦ ਹੋਣਾ ਚਾਹੀਦਾ ਤੇ ਦੂਸਰੇ ਪਾਸੇ ਸਰਕਾਰ ਆਪਣਾ ਪ੍ਰਚਾਰ ਕਰਨ ਲੱਗੀ ਹੈ ਕਿ ਕਾਨੂੰਨ ਸਹੀ ਨੇ। ਕਿ ਦੇਖਦੇ ਹਾਂ ਕਿ ਖੱਟੜ ਹੋਰਾਂ ਦੀ ਗੱਲ ਕਿੰਨੀ ਕੁ ਸਹੀ ਮੰਨੀ ਜਾਊਗੀ ਕਿ 2-3 ਦਿਨਾਂ ਦੇ ਵਿੱਚ ਇਹਦਾ ਹੱਲ ਨਿਕਲ ਆਏਗਾ। ਪਰ ਉਧਰ ਜਦੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਆ ਜਿਨ੍ਹਾਂ ਕਾਨੂੰਨਾਂ ਨੂੰ ਆਧਾਰ ਬਣਾ ਕੇ ਜਿਨ੍ਹਾਂ ਦੇ ਖਿਲਾਫ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਤੇ ਅੱਜ ਇਸੇ ਦੇ ਮੁਤਾਲਕ ਜਦੋਂ ਉਹ ਗੱਲਬਾਤ ਕਰ ਰਹੇ ਸੀ, ਕਹਿੰਦੇ ਜਿਹੜੀ ਅਗਲੀ ਰਣਨੀਤੀ ਹੈ ਨਾ, ਇਹਦਾ ਐਲਾਨ ਅਸੀਂ ਆਉਣ ਵਾਲੇ 2-3 ਦਿਨਾਂ 'ਚ ਕਰ ਦਿਆਂਗੇ। ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਖੇਤੀ ਕਾਨੂੰਨਾਂ ਦੇ ਬਾਰੇ ਇਸ ਡੈਡਲੌਕ ਨੂੰ ਰੇੜਕੇ ਨੂੰ ਖਤਮ ਕਰਨ ਦੇ ਲਈ ਖੇਤੀ ਮਾਹਿਰਾਂ, ਅਰਥ ਸ਼ਾਸਤਰੀਆਂ ਤੇ ਕਿਸਾਨ ਯੂਨੀਅਨ ਦੀ ਇੱਕ ਸਾਂਝੀ ਕਮੇਟੀ ਬਣਾਉਣ। ਕਿਸਾਨ ਆਗੂ ਸ਼ਿਵ ਕੁਮਾਰ ਕਾਕਾ ਨੇ ਕਿਹਾ ਕਿ ਯੂਨੀਅਨਾਂ ਦੇ ਵਿਚਾਲੇ ਅਗਲੀ ਰਣਨੀਤੀ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਮਾਮਲੇ ਤੇ ਕਾਨੂੰਨੀ ਰਾਏ ਵੀ ਨਾਲੋਂ ਨਾਲ ਲੈ ਰਹੇ ਨੇ। ਉਹਨਾਂ ਦੱਸਿਆ ਕਿ ਅਗਲੀ ਰਣਨੀਤੀ ਲਈ ਅਸੀਂ ਮੀਟਿੰਗਾਂ ਲਗਾਤਾਰ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਅਗਲੇ 2-3 ਦਿਨਾਂ ਦੇ ਵਿੱਚ ਸਾਨੂੰ ਇਹ ਸਾਫ਼ ਹੋ ਜਾਏਗਾ ਕਿ ਅਸੀਂ ਅਦਾਲਤ ਵੱਲੋਂ ਸੁਝਾਈ ਕਮੇਟੀ ਦਾ ਹਿੱਸਾ ਬਣਨਾ ਹੈ ਜਾਂ ਨਹੀਂ। ਇੱਕ ਹੋਰ ਕਿਸਾਨ ਆਗੂ ਬਲਵੀਰ ਸਿੰਘ ਹੋਰੀ ਕਹਿੰਦੇ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਮੰਨੀਆਂ ਨਹੀਂ ਜਾਂਦੀਆਂ, ਪ੍ਰਦਰਸ਼ਨ ਵੀ ਜਾਰੀ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਇਹ ਲੰਬੀ ਲੜਾਈ ਹੈ ਤੇ ਜਿਹਦੇ ਵਾਸਤੇ ਅਸੀਂ ਤਿਆਰ ਹਾਂ। ਅਸੀਂ ਆਪਣੇ ਹੱਕ ਲੈਣ ਆਏ ਹਾਂ ਤੇ ਹੱਕ ਲੈ ਕੇ ਜਾਵਾਂਗੇ। ਅਸੀਂ ਅਦਾਲਤ ਦੇ ਹੁਕਮਾਂ ਤੇ ਆਪਣਾ ਰੁਖ ਸਪਸ਼ਟ ਕਰਨ ਬਾਰੇ ਗੱਲਬਾਤ ਲਗਾਤਾਰ ਕਰ ਰਹੇ ਹਾਂ। ਆਲ ਇੰਡੀਆ ਕਿਸਾਨ ਯੂਨੀਅਨ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ 33 ਕਿਸਾਨਾਂ ਨੂੰ ਅੱਜ ਪੂਰੇ ਮੁਲਕ ਭਰ ਦੇ ਵਿੱਚ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ਅਤੇ ਅਸੀਂ ਵੀ ਅਦਾਰਾ TVN ਦੇ ਵੱਲੋਂ ਜਿੰਨੀਆਂ ਵੀ ਸ਼ਹਾਦਤਾਂ, ਜਿੰਨੀਆਂ ਵੀ ਜਾਨਾਂ ਹੁਣ ਤੱਕ ਕੁਰਬਾਨ ਹੋਈਆਂ ਨੇ ਇਸ ਅੰਦੋਲਨ ਦੇ ਵਿੱਚ, ਉਹਨਾਂ ਨੂੰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਰਹਿ ਗਏ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਇਹ ਵੀ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਮੰਦਭਾਗੀ ਖਬਰ ਹੋਰ ਦੁਬਾਰਾ ਕੰਨੀ ਸੁਣਨ ਨੂੰ ਨਾ ਮਿਲੇ। ਅਗਲੀ ਖਬਰ ਹੈ ਤੇ ਕੁਝ ਦੇਖੋ ਕਿ ਇੱਕ ਪਾਸੇ ਕਿਸਾਨ ਅੰਦੋਲਨ ਕਰ ਰਹੇ ਨੇ, ਇੱਕ ਪਾਸੇ ਹਰਿਆਣੇ ਦੀ ਸਰਕਾਰ ਨੇ ਪਹਿਲਾਂ ਅੜਿੱਕੇ ਵੀ ਡਾਹੇ ਸੀ ਤੇ ਅੱਜ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਖੱਟੜ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲੇ ਹੈ। ਇੱਕ ਪਾਸੇ ਤਾਊ ਤੇ ਭਾਊ ਦੀ ਜੱਫੀ ਪਈ ਹੈ। ਦਿੱਲੀ ਅਤੇ ਹਰਿਆਣੇ ਵਾਲੇ ਇਸ ਕਦਰ ਸਮਰਥਨ ਦੇ ਰਹੇ ਨੇ ਇਸ ਅੰਦੋਲਨ ਨੂੰ ਕਿ 6-6 ਮਹੀਨੇ ਦਾ ਜਿਹੜਾ ਰਾਸ਼ਨ ਪੰਜਾਬ ਦੇ ਕਿਸਾਨ ਲੈ ਕੇ ਗਏ ਸੀ, ਹਜੇ ਤੱਕ ਉਹਨਾਂ ਨੂੰ ਖੋਲ੍ਹਣ ਦੀ ਜ਼ਰੂਰਤ ਨਹੀਂ ਪਈ। ਹੁਣ ਇਹ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ ਕਿ ਹਰਿਆਣਾ, ਦਿੱਲੀ ਇਹ ਵੱਡੇ ਪੱਧਰ ਤੇ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਨੇ, ਫਿਰ ਚੰਗੀਆਂ ਤਾਂ ਨਹੀਂ ਗੱਲਾਂ ਲੱਗਦੀਆਂ ਸਿਆਸੀ ਲੋਕਾਂ ਨੂੰ।
ਹੁਣ ਹਰਿਆਣਾ ਦੇ ਕਿਸਾਨਾਂ ਨੂੰ SYL ਤੋਂ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਭਾਜਪਾ ਵਰਕਰਾਂ ਨੇ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਇੱਕ ਦਿਨ ਦਾ ਵਰਤ ਰੱਖਿਆ ਤੇ ਭਾਜਪਾ ਦੇ ਲੀਡਰ ਕਹਿੰਦੇ ਸੀ ਕਿ ਹਰਿਆਣਾ ਦੇ ਕਿਸਾਨਾਂ ਲਈ SYL ਭਾਵ ਸਤਲੁਜ ਯਮੁਨਾ ਲਿੰਕ ਨਹਿਰ ਤੋਂ ਜਿਹੜਾ ਪਾਣੀ ਸਾਨੂੰ ਮਿਲਣਾ ਚਾਹੀਦਾ ਸੀ ਉਹ ਵੱਡਾ ਮੁੱਦਾ ਹੈ। ਉਹਨਾਂ ਕਿਹਾ ਕਿ ਕਿਸਾਨ ਨੇਤਾਵਾਂ ਨੇ ਕਦੇ ਵੀ SYL ਦੇ ਮੁੱਦੇ ਤੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ, ਇਸ ਲਈ ਭਾਜਪਾ ਵਰਕਰ ਜ਼ਿਲ੍ਹਾ ਹੈੱਡਕੁਆਟਰ ਤੇ SYL ਤੋਂ ਹਰਿਆਣਾ ਨੂੰ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਇੱਕ ਦਿਨ ਦੇ ਸਮੂਹਕ ਵਰਤ ਤੇ ਬੈਠੇ ਹੈ। ਧਰਨੇ ਦੀ ਪ੍ਰਧਾਨਗੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੂ ਮੌਰ ਨੇ ਕੀਤੀ। ਉਹਨਾਂ ਕਿਹਾ ਕਿ ਹਰਿਆਣੇ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ 54 ਸਾਲ ਬਾਅਦ ਵੀ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਕਿਸਾਨ ਹਿੱਤ ਦੀ ਗੱਲ ਕਰਨ ਵਾਲੇ ਹਰਿਆਣਾ ਦੇ ਕਿਸਾਨਾਂ ਦੇ ਹੱਕ ਬਾਰੇ ਤਾਂ ਸੋਚ ਨਹੀਂ ਰਹੇ। ਭਾਜਪਾ ਨੇਤਾ ਸਾਬਕਾ ਵਿਧਾਇਕ ਕਲੀਰਾਮ ਪਟਵਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਅਮਲਪਾਲ ਰਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣੇ ਦੇ ਹਿੱਸੇ ਦਾ ਪਾਣੀ ਸਾਨੂੰ ਦਿੱਤਾ ਜਾਵੇ। ਪਰ ਦੂਸਰੇ ਪਾਸੇ ਕਿਸਾਨ ਜਿਹੜੇ ਸੱਚੀ ਮੁੱਚੀ ਕਿਸਾਨ ਸੀ, ਉਹਨਾਂ ਨੇ ਇਹਨਾਂ ਪ੍ਰਦਰਸ਼ਨ ਕਰ ਰਹੇ ਜਿਹੜੇ ਆਗੂ ਸੀ ਭਾਜਪਾ ਦੇ ਭੁੱਖ ਵਰਤ ਤੇ ਬੈਠੇ ਸੀ, ਜਿਹੜੇ ਭੁੱਖ ਹੜਤਾਲ ਤੇ ਇੱਕ ਦਿਨ ਦੀ, ਤੇ ਉਹਨਾਂ ਨੂੰ ਕਾਲੇ ਝੰਡੇ ਵੀ ਦਿਖਾਏ। ਹੁਣ ਤੁਸੀਂ ਦੇਖੋ ਕਿ ਇਸ SYL ਦੇ ਮੁੱਦੇ ਨੂੰ ਜਾਂ ਪਾਣੀਆਂ ਦੇ ਮੁੱਦੇ ਨੂੰ ਉਭਾਰਿਆ ਕਿਹੜੇ ਵਕਤ ਜਾ ਰਿਹਾ ਹੈ। ਬੀਤੇ ਦਿਨਾਂ ਦੇ ਵਿੱਚ ਮਨੋਹਰ ਲਾਲ ਖੱਟੜ ਨੇ ਵੀ ਇਸ ਮੁੱਦੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਾ ਹੋ ਸਕੇ। ਫਿਰ ਮੈਨੂੰ ਲੱਗਦਾ ਕਿ ਹੁਣ ਉਹਨਾਂ ਨੇ ਭਾਜਪਾ ਵਰਕਰਾਂ ਨੂੰ ਥਾਪੜਾ ਦਿੱਤਾ ਕਿ ਭਾਈ ਇਹ ਮੁੱਦਾ ਠੰਡਾ ਨਹੀਂ ਪੈਣਾ ਚਾਹੀਦਾ, ਇਸ ਮੁੱਦੇ ਨੂੰ ਗਰਮ ਰੱਖੋ, ਕਿਉਂਕਿ ਜੇ ਹਰਿਆਣੇ ਤੇ ਪੰਜਾਬ ਦੇ ਲੋਕਾਂ ਦੀ ਆਪਸ ਦੇ ਵਿੱਚ ਜੱਫੀਆਂ ਪੈ ਗਈਆਂ, ਤਾਊ ਤੇ ਭਾਊ ਦੀ ਜੱਫੀ ਪੈ ਗਈ, ਤੇ ਫਿਰ ਆਪਣੇ ਪੱਲੇ ਕੀ ਬਚਣਾ ਬਈ। ਆਮ ਤੌਰ ਤੇ ਇਹ ਮੁੱਦਾ ਉੱਠਦਾ ਜਦੋਂ ਹਰਿਆਣੇ 'ਚ ਚੋਣ ਹੋਵੇ ਜਾਂ ਪੰਜਾਬ 'ਚ ਚੋਣ ਹੋਵੇ। ਪੰਜਾਬ ਦੇ ਲੀਡਰਾਂ ਨੂੰ ਵੀ ਇਹ ਉਸੇ ਵਕਤ ਮੁੱਦਾ ਯਾਦ ਆਉਂਦਾ ਜਦੋਂ ਚੋਣਾਂ ਦੇ ਵੇਲੇ ਵੋਟਾਂ ਲੈਣੀਆਂ ਹੋਣ, ਤੇ ਹਰਿਆਣੇ ਵਾਲਿਆਂ ਨੂੰ ਵੀ। ਪਰ ਇਸ ਵਕਤ ਆ ਜਿਹੜਾ ਕਿਸਾਨ ਅੰਦੋਲਨ ਹੈ, ਖਾਸ ਕਰਕੇ ਭਾਜਪਾ ਪਾਰਟੀ ਦੀ ਗਲੇ ਦੀ ਹੱਡੀ ਬਣਿਆ ਬੈਠਾ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਨੂੰ ਤਾਰ ਪੀਡੋ ਕਰਨ ਦੇ ਵਾਸਤੇ SYL ਦਾ ਮੁੱਦਾ ਹੀ ਉਠਾ ਲਓ। ਪਰ ਇਹ ਮੁੱਦੇ ਮੈਨੂੰ ਲੱਗਦਾ ਕਿਸਾਨ ਅੰਦੋਲਨ ਦੇ ਸਾਹਮਣੇ ਜਿਵੇਂ ਰੁੱਖ ਤੋਂ ਝੜੇ ਹੋਏ ਪੱਤੇ ਹਵਾ ਉਡਾ ਕੇ ਲੈ ਜਾਂਦੀ ਹੈ, ਉਂਝ ਉੜ ਜਾਣਗੇ, ਕਿਸੇ ਨੇ ਇਹਨੂੰ ਘਾਹ ਨਹੀਂ ਪਾਉਣਾ। ਤੇ ਅਗਲੀ ਗੱਲ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬਈ ਖਤਰੇ ਦੀ ਨਿਸ਼ਾਨੀ ਤੇ ਨੇ, ਕੇਂਦਰ ਦੇ ਨਿਸ਼ਾਨੇ ਤੇ ਨੇ। ਉਹਦੇ ਪਿੱਛੇ ਕਾਰਨ ਕੀ ਹੈ? ਇਹ ਕਾਰਨ ਬਹੁਤ ਅਹਿਮ ਹੈ। ਹੁਣ ਪੰਜਾਬ ਦੀਆਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਵਿਦੇਸ਼ਾਂ ਤੋਂ ਕੁਝ ਫੰਡ ਮਿਲ ਰਿਹਾ, ਚੰਦਾ ਮਿਲ ਰਿਹਾ, ਜਿਸ ਦੇ ਕਾਰਨ ਇਹ ਭਾਰਤ ਸਰਕਾਰ ਦੇ ਇਸ ਵਕਤ ਨਿਸ਼ਾਨੇ ਤੇ ਨੇ। ਬੈਂਕ ਅਧਿਕਾਰੀਆਂ ਨੇ ਇਹਨਾਂ ਜਥੇਬੰਦੀਆਂ ਨੂੰ ਆਲਰੇਡੀ ਚੌਕਸ ਵੀ ਕਰ ਦਿੱਤਾ ਹੈ। ਸੂਤਰ ਦੱਸ ਰਹੇ ਨੇ ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਭਖ ਰਹੇ ਸੰਘਰਸ਼ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਨਿਸ਼ਾਨੇ ਤੇ ਇਸ ਮਾਮਲੇ ਕਰਕੇ ਆਈਆਂ ਨੇ। ਜਾਣਕਾਰੀ ਮਿਲੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਬੈਂਕ ਦੇ ਅਧਿਕਾਰੀ ਨੇ ਆਲਰੇਡੀ ਸੂਚਿਤ ਕਰ ਦਿੱਤਾ ਕਿ ਬਾਹਰਲੇ ਮੁਲਕਾਂ ਤੋਂ ਚੰਦਾ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਨਾ ਹੋਣ ਕਾਰਨ ਵਿਦੇਸ਼ੀ ਫੰਡ ਰੈਗੂਲੇਸ਼ਨ ਕਾਨੂੰਨ, ਜਿਸ ਨੂੰ FCRA ਕਿਹਾ ਜਾਂਦਾ, ਉਹਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜਾਬ ਐਂਡ ਸਿੰਧ ਬੈਂਕ ਦੀ ਕੋਕਰੀ ਕਲਾ ਸ਼ਾਖਾ ਦੇ ਪ੍ਰਬੰਧਕ ਨੇ ਰਣਜੀਤ ਕੁਮਾਰ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਬੈਂਕ ਵੱਲੋਂ ਯੂਨੀਅਨ ਦੇ ਜਨਰਲ ਸਕੱਤਰ ਨੇ ਸੁਖਦੇਵ ਸਿੰਘ ਕੋਕਰੀ ਕਲਾ ਨੂੰ ਅਸੀਂ ਸੂਚਿਤ ਕਰ ਦਿੱਤਾ ਹੈ। ਬੈਂਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਿਚਲੀ ਕਿਸੇ ਵੀ ਜਥੇਬੰਦੀ ਜਾਂ ਗੈਰ ਸਰਕਾਰੀ ਸੰਸਥਾ ਨੂੰ ਜੇਕਰ ਬਾਹਰਲੇ ਮੁਲਕ ਤੋਂ ਫੰਡਿੰਗ ਹੁੰਦੀ ਹੈ ਤਾਂ ਸੰਬੰਧਿਤ ਜਥੇਬੰਦੀ ਦੀ FCRA ਤਹਿਤ ਗ੍ਰਹਿ ਮੰਤਰਾਲੇ ਕੋਲ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ ਹੈ। ਉਹਨਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਬੀਤੇ ਦਿਨਾਂ ਦੇ ਦੌਰਾਨ ਕੈਨੇਡਾ ਤੋਂ ਕੁਝ ਡਾਲਰਾਂ ਦੇ ਰੂਪ ਵਿੱਚ ਫੰਡ ਮਿਲੇ ਹੈ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਯੂਨੀਅਨ ਵੱਲੋਂ ਰਜਿਸਟ੍ਰੇਸ਼ਨ ਨਾ ਕਰਵਾਏ ਜਾਣ ਦੀ ਸੂਰਤ ਦੇ ਵਿੱਚ ਵਿਦੇਸ਼ ਤੋਂ ਆਇਆ ਫੰਡ ਵਾਪਸ ਹੋਣ ਦੇ ਨਾਲ ਯੂਨੀਅਨ ਦੇ ਆਗੂਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਹੋਰ ਕਿਸਾਨ ਜਥੇਬੰਦੀਆਂ ਨੂੰ ਵੀ ਬੈਂਕਾਂ ਦੇ ਵੱਲੋਂ ਸੂਚਿਤ ਕਰ ਦਿੱਤਾ ਗਿਆ, ਪਰ ਇਸ ਦੀ ਪੁਸ਼ਟੀ ਕਿਸੇ ਹੋਰ ਨੇ ਨਹੀਂ ਕੀਤੀ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਇਹਨਾਂ ਤਿੰਨੇ ਕਾਨੂੰਨਾਂ ਦੇ ਖਿਲਾਫ ਬੀਤੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ ਤੇ ਹੁਣ 24 ਦਿਨਾਂ ਤੋਂ ਦਿੱਲੀ ਡਟੀਆਂ ਹੋਈਆਂ ਨੇ। ਸੋ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਜਥੇਬੰਦੀਆਂ ਦੇ ਉੱਤੇ ਸਕੰਜਾ ਤਾਂ ਕੇਂਦਰ ਕੱਸੇਗਾ। ਪਰ ਅਪੀਲ ਇਹ ਕੀਤੀ ਜਾ ਸਕਦੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ, ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲਓ, ਕਿਉਂਕਿ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਸੀ, ਪਰ ਕੋਵਿਡ-19 ਪੈਂਡੈਮਿਕ ਦੇ ਕਾਰਨ ਹੋ ਸਕਦਾ ਉਹ ਤੁਹਾਡੇ ਨਾਲ ਫਿਜ਼ੀਕਲੀ ਤਾਂ ਆ ਕੇ ਸ਼ਾਮਲ ਨਾ ਹੋ ਸਕਣ, ਨਾ ਬੈਠ ਸਕਣ, ਪਰ ਡਾਲਰਾਂ ਦੇ ਰੂਪ ਵਿੱਚ ਤੁਹਾਨੂੰ ਉਹ ਕੋਈ ਨਾ ਕੋਈ ਇਮਦਾਦ ਕਰਨੀ ਚਾਹੁੰਦੇ ਹੈ। ਇਸ ਕਰਕੇ ਚੰਗਾ ਹੋਵੇਗਾ
कि केंद्र के निशाने तो बचिया जाए, सरकार की नाराज़गी तो बचिया जाए, तो ये रजिस्ट्रेशन करवानी बड़ी लाजमी है। तो अगली गल है ट्राली टाइम्स की। ट्राली टाइम्स नूं लैके विवाद लगातार भख रहा है। तुहानूं शायद याद होवे, बीते दिन तुहाडे नाल खबरां भी साझीआं कीतीआं सी कि इस किसान अंदोलन के दौरान कुछ इस घोल दीआं खबरां आम लोकां तक, आवाम तक पहुँचाउण लई एक अखबार ट्राली टाइम्स शुरू हो गया, जिस नूं लैके किरती किसान यूनीयन के सूबा मीत प्रधान ने रजिंदर सिंह दीप सिंह वाला उन्होंने कुछ सवाल उठाए ने, तो उन्होंने ये सवाल अपने फेसबुक अकाउंट पर लिखे है। वो कहते ट्राली टाइम्स किसान जथेबंदियां दा बुलारा नहीं, क्योंकि इसने संपादकी दे विच किसान आगुआं दे प्रति सच भी नहीं लिखिया। उन्होंने कहा कि ये उही आवाज़ है जिसने स्टेज पर भी किसान आगुआं बारे कुछ टिप्पणियां गलत कीतियां सन। ये रुझान किसानी घोल की शुरुआत तो किसान आगुआं बारे गलत प्रचार करता आ रहा है। किसान आगू ने यह भी लिखा है कि इस अखबार बारे किसान जथेबंदियां बैठक करके कोई फैसला जरूर करनगियां। दसना बनता कि ट्राली टाइम्स अखबार सोशल मीडिया ते काफ़ी लोगों के वजों साझा किया गया। सोशल मीडिया ते इसका प्रचार होने कारण बहुत सारे नौजवानों ने इस अखबार नूं लैके सकारात्मक रिएक्शन किया सी, प्रतिक्रिया दी सी। रजिंदर सिंह ने किसान अंदोलन के हमदर्दां नूं बेनती की कि वो फिलहाल इस अखबार नूं प्रचार तो गुरेज करन ਅਤੇ किसानां दी आवाज़ सुनन। उन्होंने इस पोस्ट ते कमेंट करके लोगों ने तरह तरह के संवेदनावां ज़ाहिर कीतियां, जिन्हां च ज़्यादातर उन्हां दे खिलाफ सन। बहुत सारे लोगों ने उन्होंने किसान अंदोलन में फुट पाउण की राजनीति ना करने की अपील भी की। तो कुछ समय बाद फिर रजिंदर सिंह ने एक होर पोस्ट साझी की, जिस दे विच उन्होंने गलत कमेंट करने वालों भी लंबे हत्थी लिया और पहाड़े के फिरकू टोले तक आख दिता। उन्होंने कहा कि इस अखबार को कढ़ण पिछे किसका की हित है, ये कमेंटों तो बिल्कुल साफ हो गया है। अखबार किसान अंदोलन के आगुआं को निशाना बनाने वास्ते कढ़िया गया है और नाल उन्होंने ये भी लिख दिता कि एक बारी मैं फिर दसदा कि ये किसान जथेबंदियां दा अखबार नहीं, साडा ये बुलारा नहीं, ये होरना अखबारां वर्गा अखबार है। जदों हुण ये खबर विवाद का हिस्सा बनी कि ट्राली टाइम्स इहदे खिलाफ भंडी प्रचार है, तो ये जिहड़े अखबार के संपादक सन डॉक्टर सुखप्रीत सिंह उदो के एक वड्डे सिख स्कॉलर ने, उन्होंने फिर अपने आप को इस अखबार तो वख करने का ऐलान कर दिता। उन्होंने लिखा कि ट्राली टाइम्स आम लोगों की शब्दावली में आम लोगों को संघर्ष प्रति जागरूक करने का एक निक्का जिहा उपराला सी। इस बारे सोचा सुरमीत मावी ने सी अते मैं सिर्फ संपादकी लिखी सी, होर मेरा इस अखबार में कोई योगदान नहीं सी, पर मेरी संपादकी कुछ लोगों को सिख विरोधी ढांचे में पूरी फिट ना बैठी। कामरेडां वालों इस बारे जो जहर उगलिया गया वो तुसी वेख सकते हो। बेशक जंग की शुरुआत जमीनों के मसले तो है, पर साडियां ज़मीरां विच जिउंदे होण दा एहसास गुरमत विचारधारा अते अपने माणमते इतिहास के सदका है। जमीनों के मामले कुछ भी होण, पर असीं तां पंथ नूं जवाबदेह हां अते पंथक विचारधारा का हिस्सा हाँ। मैं अज ट्राली टाइम्स तो लांभे हाँ, जां समझ लो लांभे कर दिता गया। उन मैं सब नाल जुड़ के चलना चाहता सी, पर हुण जमीनी पद्धर ते विच पता लग्या कि इन्हां दी सोच किहो जी है। कुछ दे नाल जिहड़ियां ये गल्लां वापरीਆਂ ने जां जिहनूं लैके ये विवाद उठिया, इस करके कहंदे मैनूं अपने आप नूं इस तो लांभे करना चंगा लग रहा है। कहंदे कुछ नूं शायद ये एहसास सी कि शायद डॉक्टर उदो के इस करके मशहूरी लै लिया, जदों कहंदे मेरी अजिही कोई मनशा नहीं सी। कुछ पंथक वीरां नाल सलाह करके इस संघर्ष बारे पंथक नज़रिए तो मैं लिखता रहांगा। हुण मैं तुहानूं दस्सिया कि रजिंदर सिंह दीप सिंह वाला जिहड़े किरती किसान यूनीयन के मीत प्रधान ने, उन्होंने फेसबुक अकाउंट ते इस ट्राली टाइम्स के बारे लिखिया सी कि मेरिया साडा एक किसान जथेबंदियां का कोई बुलारा नहीं, किसान आगुआं प्रति सच नहीं लिखिया। उहदे तो बाद आ विवाद भखिया तो डॉक्टर सुखप्रीत उदोके ने अपने आप को इहदे तो वखरा कर लिया। पर इत्थे एक गल है, मैं किसी को गलत जां सही नहीं कहांगा, पर इहदे विच एक गल तां है कि इहनूं सिर्फ तो सिर्फ निरोल किसानी घोल ही रहन दिता जाए। इस तरह के बेलोड़े विवाद तो बचिया जाए, क्योंकि जिस मोड़ के उत्ते किसानी संघर्ष पहुँच चुके हैं, दिल्ली थर थर कंबण लगी पई है। देखियो किते आपसी ये माड़े मोटे वाद विवाद जिहड़े पैदा हो रहे हैं होण ना,
अपील है तुहानू, भावें किसी भी व्यक्ति के कारण हो रहे हैं, भावें किसी की टिप्पणी के कारण हो रहे हैं, आपां इस बेलोड़े विवाद तो बच के अगे वधीए अते फतेह प्राप्त करिए। हुण अगली जिहड़ी खबर है बड़ी पॉजिटिव है, मैं पॉजिटिव नोट ते ही प्रोग्राम छड्डना चाहुंदा सी। हुण किसानी घोल दे विच लगभग पिंड पिंड इस वक्त सूचियां बन रही ने। बाप कहता मैं जाना, पुत कहता मैं जाना, एक दूसरे तो दोवें काले ने। तो पिंडां दे विच अनाउंसमेंट्स होण लग पईयां ने कि भाई अज दस दिओ किहड़े परिवार ने जाना है, तो लोग अपना नाम लिखवा रहे हैं, सूचियां तैयार कर रहे हैं। आ जिहड़ी खबर है ये बड़ी चंगी खबर है। जिथे एक पासे बाप दिल्ली इस किसान अंदोलन दे विच मोर्चा संभाली बैठा है, उत्थे ही इस किसान की 17 वरियां दी धी बलदीप कौर खेतीबाड़ी करन दे नाल नाल घर की पूरी जिम्मेवारी अपने मोढिਆਂ ते चुकी फिरदी है। बलदीप कौर बठिंडा दे पिंड मेमा भगवाना की रहण वाली है। बलदीप कौर 3 भैणां विचों सब तो छोटी है। वड्डी भैण विआही हुई है, जिस दे कारण सारा काम बलदीप कौर अपने मोढिਆਂ ते चुकी फिरदी है। खेतीबाड़ी भी कर रही है, पशुओं को भी संभाल रही है, तो सब कुछ बखूबी कर रही है। बलदीप कौर के पिता जी दादा जी इस संघर्ष का हिस्सा बने बैठे आ मोर्चे दे विच दिल्ली ने, जिसके बाद घर की सारी जिम्मेवारी बलदीप कौर चुक रही है। बलदीप कौर ने कहा कि जो मोदी सरकार ने खेतीबाड़ी कानून बनाए ने उसका किसान बीते लंबे समय तो विरोध कर रहे हैं, इसलिए केंद्र सरकार को भी सोच विचार के इन्हों रद्द कर देना चाहिए। धी की सुरक्षा को लैके दूसरे पासे बलदीप की माँ हरजीत कौर थोड़ी चिंता सी इस करके जदों हुण बलदीप रोज़ाना खेतों में जाती है काम धंधे लई, कि उहदी माँ हरजीत भी अपनी धी दे नाल हुंदी है, उहदी देखभाल करती है, खेती के काम दे विच एक दूसरे की मदद करदियां ने। पर खेती कानून के खिलाफ रोस प्रगटाउंदे होए माँ धी ने केंद्र सरकार तो मंग की है कि जल्द तो जल्द ये कानून रद्द किए जाण। इस समुचे किसानां की मंग है। जदों इस तरह धीआं पुत बन बन के घर की सारी जिम्मेवारी संभाल रही ने, फिर सानू ये महसूस कर लेना चाहिए कि यह संघर्ष हुण किहड़े मोड़ ते पहुँच गया। इस करके असीं जिहड़े छोटे मोटे विवाद ने इन्हां नूं लांभे रखते हुए असीं अपनी मंजिल वल वधीए, असीं किते टीचे तो ना खुंझ जाइए। सानू टीचियां तो खंझाउण वास्ते, निशाने तो उकाउण वास्ते बहुत सारियां चालां चलियां जाणगियां। उन्हां नूं अखों परोखे करिए, निशाना किसानी घोल रखीए, निशाना ये रखीए कि ये जिहड़े कानून ने जिहड़े साडे गले की हड्डी बन रहे हैं, जिहड़े साडा भविख खो रहे हैं, उन्हां नूं लांभे करवाउण दे विच, रद्द करवाउण दे विच कदम नाल कदम मिला के चलीए। सो दोस्तों, ये सी अज दीयां कुछ खबरां। उम्मीद कर रहे हैं कि तुहानूं चंगियां लगियां होणगियां। जे चंगियां लगी ने लाइक भी करियो, कमेंट करके भी दस्सिओ ते शेयर भी जरूर कर दिओ। ते जेकर आपने इस चैनल को हाले तक सबसक्राइब नहीं किया, किरपा करके सबसक्राइब करके नोटिफिकेशन वाली घंटी जरूर नप लैनी। तुहाडे दिलों धन्नवादी होवांगे। ते हुण समय की समाप्ति है। जाण तो पहलां कहांगा, जिंदगी जिंदा दिली दा नाम है। दविंदर सिंह भैनीपाल नूं आग्या दिओ। सत श्री अकाल, तेरा भराखा।